Good morning student, you are most welcome in our online classes. It is your SST class and today we discuss about our history parts lesson colonialism and tribal society मतलब बस्तीवाद ਅਤੇ ਕਬਾਇਲੀ ਸਮਾਜ मतलब ਕਬੀਲਿਆਂ ਦੇ ਲੋਕਾਂ ਦਾ ਸਮਾਜ। ਜਿਸ ਤਰ੍ਹਾਂ ਤੁਸੀਂ ਪਿਛਲੇ ਆਪਾਂ ਲੈਸਨਸ ਦੇ ਵਿੱਚ ਡਿਸਕਸ ਕੀਤਾ ਕਿਸ ਤਰ੍ਹਾਂ ਅੰਗਰੇਜ਼ ਆਏ, ਕਿਸ ਤਰ੍ਹਾਂ ਉਹਨਾਂ ਨੇ ਆਪਣਾ ਯੂਰਪੀਅਨ ਕੰਪਨੀਜ਼ ਆਈਆਂ, ਉਹਨਾਂ ਨੇ ਆਪਣਾ ਵਪਾਰ ਸਟੈਬਲਿਸ਼ ਕੀਤਾ, ਕਿਸ ਤਰ੍ਹਾਂ ਲੋਕਾਂ ਨਾਲ ਰਹਿਣਾ ਸਹਿਣਾ ਸ਼ੁਰੂ ਕੀਤਾ। ਐਂਡ ਬਿਲਕੁਲ ਲਾਸਟ ਲੈਸਨ ਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਉਹ ਲੋਕ ਸੀਗੇ ਉਹ ਕਿਸਾਨਾਂ ਨਾਲ ਉਹਨਾਂ ਦੀ ਜਿਹੜੀ ਹੈਗੀ ਜ਼ਮੀਨ ਨੂੰ ਲੈ ਕੇ ਉਹਨਾਂ ਨਾਲ ਜਿਹੜਾ ਹੈਗਾ ਵੱਖ-ਵੱਖ ਨੀਤੀਆਂ ਉਹਨਾਂ ਨੇ ਅਪਣਾਈਆਂ, ਵੱਖ-ਵੱਖ ਜਿਹੜੇ ਸਿਸਟਮ ਸੀਗੇ ਸੈਟਲਮੈਂਟ ਸੀਗੇ ਉਹਨਾਂ ਨੇ ਬਣਾਈਆਂ। ਹੁਣ ਉਸ ਤੋਂ ਬਾਅਦ ਜਿਹੜੀ ਨੋਰਮਲ ਉਹ ਤਾਂ ਸੀ ਨੋਰਮਲ ਕਿਸਾਨਾਂ ਦੀ ਗੱਲ, ਬਟ ਸਾਡੇ ਸਮਾਜ ਦੇ ਵਿੱਚ ਕਬੀਲੇ ਲੋਕ ਜਿਹੜੇ ਬਸਤੀਵਾਦ ਜਾਂ ਕਬੀਲਿਆਂ ਦੇ ਲੋਕ ਨੇ ਉਹ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਰਹਿੰਦੇ ਨੇ। ਜਿਸ ਤਰ੍ਹਾਂ ਆਪਾਂ ਜਿਹੜੀ ਸੈਂਸਸ ਸੀਗੀ 1991 ਦੀ ਉਸ ਦੇ ਅਕੋਰਡਿੰਗ 1 ਕਰੋੜ ਤੋਂ ਅਬਵ ਜਿਹੜੇ ਲੋਕ ਨੇ 1.5 ਕਰੋੜ ਲਗਭਗ ਅਪਰੋਕਸੀਮੇਟ 1.5 ਕਰੋੜ ਦੇ ਲੋਕ ਜਿਹੜੇ ਲੋਕ ਹੈਗੇ ਨੇ ਉਹ ਕਬੀਲਿਆਂ ਦੇ ਵਿੱਚ ਅਲੱਗ-ਅਲੱਗ ਕਬੀਲਿਆਂ ਦੇ ਵਿੱਚ ਰਹਿੰਦੇ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਜਿਹੜੇ ਕਬੀਲੇ ਨੇ ਸਾਡੇ ਸਮਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਨੇ। ਇਹ ਸਾਰੇ ਜਿਹੜੇ ਹੈਗੇ ਨੇ ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਥਾਵਾਂ 'ਤੇ ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਪੰਜਾਬ ਅਤੇ ਇਸ ਦੇ ਨਾਲ ਕੁਛ ਹੋਰ ਜਿਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੁਝ ਕੁ ਅਜਿਹੇ ਇਲਾਕੇ ਜਿਹਨਾਂ ਨੂੰ ਆਪਾਂ ਆਈਲੈਂਡਸ ਬੋਲਦੇ ਹਾਂ, ਕੁਝ ਅਜਿਹੇ ਇਲਾਕੇ ਜਿਹੜੇ ਬਹੁਤ ਹੀ ਪੋਲਰ ਏਰੀਆਜ਼ ਦੇ ਵਿੱਚ ਹੁੰਦੇ ਨੇ, ਉੱਥੇ ਵੀ ਜਿਹੜੇ ਕਬੀਲਿਆਂ ਦੇ ਲੋਕ ਅਲੱਗ-ਅਲੱਗ ਰਹਿੰਦੇ ਨੇ। ਬਟ ਇਹਨਾਂ ਲੋਕਾਂ ਦੇ ਉੱਪਰ ਜਿਹੜੇ ਸੀਗੇ ਜਦੋਂ ਤੋਂ ਯੂਰਪੀਅਨ ਪਾਵਰਸ ਆਉਣੀਆਂ ਸਟਾਰਟ ਹੋ ਗਈਆਂ ਸੀਗੀਆਂ ਤਾਂ ਇਹਨਾਂ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋਣੇ ਸਟਾਰਟ ਹੋ ਗਏ ਸੀ, ਕਿਉਂਕਿ ਜਿਹੜੇ ਯੂਰਪੀਅਨ ਲੋਕ ਸੀਗੇ ਆਪਾਂ ਪਿਛਲੇ ਚੈਪਟਰ ਦੇ ਵਿੱਚ ਕੀਤਾ ਉਹਨਾਂ ਨੇ ਇੱਕ ਤਾਂ ਜਿਹੜੀ ਐਗਰੀਕਲਚਰ ਸੀਗੀ, ਕਿਉਂਕਿ ਇਹ ਲੋਕ ਜਿਹੜੇ ਸੀਗੇ ਇਹ ਆਪਣਾ ਜੰਗਲਾਂ ਨੂੰ ਸਾਫ਼ ਕਰਕੇ ਉਸ ਦੇ ਵਿੱਚ ਆਪਣੀ ਕੀ ਕਰਦੇ ਸੀਗੇ ਖੇਤੀਬਾੜੀ ਕਰਦੇ ਸੀਗੇ ਅਤੇ ਉਸ ਖੇਤੀਬਾੜੀ ਦੇ ਨਾਲ ਹੀ ਆਪਣੇ ਜਿਹੜਾ ਜੀਵਨ ਹੈਗਾ ਉਸ ਦਾ ਨਿਰਵਾਹ ਕਰਦੇ ਸੀਗੇ। ਅਤੇ ਨਾਲ ਜਿਹੜੇ ਇਹ ਲੋਕ ਨੇ ਜਿਹੜੇ ਜੰਗਲਾਂ ਦੇ ਵਿੱਚੋਂ ਲੱਕੜਾਂ ਵੀ ਕੱਟਦੇ ਸੀਗੇ ਐਂਡ ਸ਼ਿਕਾਰ ਵਗੈਰਾ ਵੀ ਕਰਦੇ ਸੀ। ਅਤੇ ਜਿਹੜੇ ਘਰ ਦੀਆਂ ਔਰਤਾਂ ਸੀ ਉਹ ਘਰ ਦੇ ਕੰਮ ਦੇ ਨਾਲ ਇਹਨਾਂ ਲੋਕਾਂ ਦੀ ਖੇਤਾਂ ਦੇ ਵਿੱਚ ਜਾਂ ਇਹਨਾਂ ਦੀ ਆਰਥਿਕਤਾ ਨੂੰ ਵਧਾਉਣ ਵਾਸਤੇ ਵੀ ਇਹਨਾਂ ਦੀ ਹੈਲਪ ਕਰਦੀਆਂ ਸੀਗੀਆਂ, ਜਿਸ ਕਰਕੇ ਇੱਕ ਆਦਮੀ ਦੇ ਇੱਕ ਤੋਂ ਜ਼ਿਆਦਾ ਵਿਆਹ ਹੁੰਦੇ ਸੀਗੇ, ਇੱਕ ਆਦਮੀ ਦੀਆਂ ਇੱਕ ਤੋਂ ਜ਼ਿਆਦਾ ਵਾਈਫਸ ਹੁੰਦੀਆਂ ਸੀਗੀਆਂ। ਬਟ ਜਦੋਂ ਹੀ ਜਿਸ ਤਰ੍ਹਾਂ ਆਪਾਂ ਲਾਸਟ ਲੈਸਨ ਦੇ ਵਿੱਚ ਕੀਤਾ ਸੀ ਕਿ ਜਿਹੜੀ ਹੈਗੇ ਨੇ ਕ੍ਰੋਪਸ ਉਹਨਾਂ ਦੀ ਕਮਰਸ਼ੀਅਲਾਈਜੇਸ਼ਨ ਸਟਾਰਟ ਹੋ ਗਈ ਅਤੇ ਨਾਲ ਹੀ ਉਹਨਾਂ ਨੇ ਜਿਹੜਾ ਲੋਕਾਂ ਨੇ ਇੰਡੀਗੋ ਜਿਹਨੂੰ ਨੀਲ ਕਿਹਾ ਜਾਂਦਾ ਉਹਦੀ ਖੇਤੀ ਕਰਨੀ ਜਦੋਂ ਯੂਰਪੀਅਨਸ ਨੇ ਸਟਾਰਟ ਕਰ ਦਿੱਤੀ ਤਾਂ ਉਹਨਾਂ ਨੇ ਇਹਨਾਂ ਲੋਕਾਂ ਦੀ ਜ਼ਮੀਨਾਂ ਨੂੰ ਦੱਬਣਾ ਸਟਾਰਟ ਕਰ ਦਿੱਤਾ। ਇਹਨਾਂ ਲੋਕਾਂ ਨੇ ਜਿਹੜੇ ਜੰਗਲ ਸਾਫ਼ ਕਰਕੇ ਜ਼ਮੀਨਾਂ ਬਣਾਈਆਂ ਸੀ ਉਹਨਾਂ ਨੂੰ ਜਦੋਂ ਦੱਬਣਾ ਸਟਾਰਟ ਕਰ ਦਿੱਤਾ ਤਾਂ ਉਹਨਾਂ ਜ਼ਮੀਨਾਂ ਦੇ ਉੱਪਰ ਉਹਨਾਂ ਨੇ ਲਿਆ ਕੇ ਆਪਣੀ ਜਿਹੜੀ ਹੈਗੀ ਆ ਇਹ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਅਤੇ ਇਹਨਾਂ ਲੋਕਾਂ ਨੂੰ ਕੀ ਹੈਗਾ ਮਜਬੂਰਨ ਮਜ਼ਦੂਰੀ ਕਰਨੀ ਪਈ। ਇਹ ਲੋਕ ਡੇਲੀ ਬੇਸਿਸ 'ਤੇ ਕੰਮ ਕਰਨਾ ਸਟਾਰਟ ਕਰਤਾ ਅਤੇ ਇਹਨਾਂ ਨੂੰ ਡੇਲੀ ਬੇਸਿਸ ਵੀ ਬਹੁਤ ਘੱਟ ਦਿੱਤਾ ਜਾਂਦਾ ਸੀ ਅਤੇ ਹੌਲੀ ਹੌਲੀ ਇਹ ਲੋਕ ਬਹੁਤ ਜ਼ਿਆਦਾ ਗਰੀਬ ਹੋਣਾ ਸਟਾਰਟ ਹੋ ਗਏ। ਅਤੇ ਇਹਨਾਂ ਲੋਕਾਂ ਨੂੰ ਜਦੋਂ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਗਰੀਬ ਹੋਣਾ ਸਟਾਰਟ ਹੋ ਗਏ ਤਾਂ ਹੌਲੀ ਹੌਲੀ ਇਹਨਾਂ ਲੋਕਾਂ ਦੇ ਵਿੱਚ ਵੀ ਅੰਗਰੇਜ਼ਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ ਅਤੇ ਇਹਨਾਂ ਨੇ ਵਿਦਰੋਹ ਕਰਨੇ ਸਟਾਰਟ ਕਰ ਦਿੱਤੇ। ਇਹਨਾਂ ਦੇ ਵਿੱਚੋਂ ਕਾਫੀ ਲੋਕਾਂ ਨੇ ਵਿਦਰੋਹ ਕੀਤਾ, ਬਹੁਤ ਵੱਡੇ ਪੱਧਰ 'ਤੇ ਵਿਦਰੋਹ ਕੀਤੇ, ਬਟ 2 ਵਿਦਰੋਹ ਜਿਹੜੇ ਸੀਗੇ ਜਾਣੀ ਕਿ ਆਪਾਂ ਕਹਿ ਸਕਦੇ ਜ਼ਿਆਦਾ ਮਹੱਤਵਪੂਰਨ ਆ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਸੀਗਾ ਨਾਰਥ ਈਸਟ ਰੀਜਨ ਦੇ ਵਿੱਚ ਹੋਇਆ ਸੀਗਾ ਜਿਹੜਾ ਤਿਰੁੱਤ ਸਿੰਘ ਇੱਕ ਖਾਸੀ ਕਬੀਲਾ ਹੈਗਾ ਉਹਦਾ ਲੀਡਰ ਸੀਗਾ, ਜਿਹਨੂੰ ਖਾਸੀ ਕਬੀਲਾ ਵੀ ਕਹਿੰਦੇ, ਉਹਦਾ ਲੀਡਰ ਸੀਗਾ ਤਿਰੁੱਤ ਸਿੰਘ, ਉਹਦੇ ਅੰਡਰ ਹੋਇਆ ਸੀ ਵਿਦਰੋਹ। ਅਤੇ ਦੂਸਰਾ ਵਿਦਰੋਹ ਸੀਗਾ ਉਹ ਹੋਇਆ ਸੀਗਾ ਬਿਰਸਾ ਮੁੰਡਾ ਦੇ ਅੰਡਰ ਬਿਹਾਰ ਦੇ ਵਿੱਚ ਛੋਟਾ ਨਾਗਪੁਰ ਦੇ ਵਿੱਚ, ਜਿਹਦੇ ਬਾਰੇ ਆਪਾਂ ਇਸ ਚੈਪਟਰ ਦੇ ਵਿੱਚ ਵੀ ਜਿਹੜਾ ਹੈਗਾ ਡਿਸਕਸ ਕਰਾਂਗੇ। ਇਹਨਾਂ ਲੋਕਾਂ ਨੇ ਬਹੁਤ ਵੱਡੇ ਪੱਧਰ 'ਤੇ ਅੰਗਰੇਜ਼ਾਂ ਦਾ ਵਿਦਰੋਹ ਕੀਤਾ ਅਤੇ ਉਹਨਾਂ ਨੂੰ ਜਿਹੜਾ ਹੈਗਾ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਮਨਾ ਲਿਆ। ਸੋ ਆਪਾਂ ਇਹਨਾਂ ਦੇ ਕੁਐਸਚਨਸ ਵੱਲ ਮੂਵ ਕਰਦੇ। ਆਪਣਾ ਫਸਟ ਕੁਐਸਚਨ ਹੈਗਾ ਇਨ ਵਿਚ ਸਟੇਟਸ ਮੈਜੋਰਿਟੀ ਆਫ ਪੀਪਲ ਬਿਲੋਂਗਿੰਗ ਦਾ ਟਰਾਈਬਲ ਸੁਸਾਇਟੀ ਲਿਵਸ। ਕਿਹੜੀਆਂ ਸਟੇਟ ਸੀਗੀਆਂ ਜਿੱਥੇ ਜ਼ਿਆਦਾਤਰ ਟਰਾਈਬਲ ਸੁਸਾਇਟੀ ਦੇ ਲੋਕ ਰਹਿੰਦੇ ਸੀਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਐਂਡ ਮੱਧ ਪ੍ਰਦੇਸ਼, ਇਹ ਕੁਛ ਅਜਿਹੀਆਂ ਸਟੇਟਸ ਨੇ ਜਿੱਥੇ ਜ਼ਿਆਦਾਤਰ ਕਬੀਲਿਆਂ ਦੇ ਲੋਕ ਰਹਿੰਦੇ ਨੇ। ਵਟ ਆਰ ਦਾ ਮੇਨ ਆਕੂਪੇਸ਼ਨ ਆਫ ਟਰਾਈਬਲ ਪੀਪਲ, ਇਹ ਵੀ ਤੁਹਾਨੂੰ ਮੈਂ ਪਹਿਲਾਂ ਜਿਸ ਤਰ੍ਹਾਂ ਆਪਾਂ ਚੈਪਟਰ ਦੀ ਸਟਾਰਟਿੰਗ ਡਿਸਕਸ ਕਰ ਚੁੱਕੇ ਹਾਂ ਕਿ ਉਹਨਾਂ ਦਾ ਮੇਨ ਕੰਮ ਕੀ ਹੁੰਦਾ ਸੀਗਾ ਲੱਕੜਾਂ ਨੂੰ ਕੱਟਣਾ, ਠੀਕ ਹੈ, ਅਤੇ ਜਿਹੜੀ ਜ਼ਮੀਨ ਆ ਉਸ ਨੂੰ ਲੈਵਲਿੰਗ ਕਰਨੀ ਜਾਣੀ ਅਤੇ ਲੈਵਲਿੰਗ ਕਰਕੇ ਉਸ ਦੇ ਉੱਪਰ ਖੇਤੀਬਾੜੀ ਕਰਨੀ ਐਂਡ ਜਿਹੜਾ ਪਲਾਉਇੰਗ ਮਤਲਬ ਹਲ ਚਲਾਉਣੇ, ਕਿਉਂਕਿ ਉਹ ਖੇਤੀਬਾੜੀ ਕਰਦੇ ਸੀਗੇ। ਤਾਂ ਇਹ ਸਾਰਾ ਜਿਹੜਾ ਉਹਨਾਂ ਦਾ ਮੇਨ ਕੰਮ ਹੁੰਦਾ ਸੀਗਾ। ਮੇਲ ਜਿਹੜੇ ਸੀਗੇ ਉਹੀ ਕੰਮ ਕਰਦੇ ਸੀਗੇ ਐਂਡ ਫੀਮੇਲਸ ਜਿਹੜੇ ਸੀਗੇ ਉਹ ਨੋਰਮਲੀ ਘਰਾਂ ਦੇ ਜਿਹੜਾ ਡੋਮੈਸਟਿਕ ਵਰਕ ਹੁੰਦਾ ਸੀ ਉਸ ਨੂੰ ਕਰਦੀਆਂ ਸੀਗੀਆਂ ਅਤੇ ਨਾਲ ਆਪਣੇ ਜਿਹੜੇ ਹਸਬੈਂਡਸ ਹੁੰਦੇ ਸੀਗੇ ਉਹਨਾਂ ਦੀ ਖੇਤਾਂ ਦੇ ਵਿੱਚ ਹੈਲਪ ਕਰਦੀਆਂ ਸੀਗੀਆਂ। ਤਾਂ ਇਸ ਤਰ੍ਹਾਂ ਤੁਸੀਂ ਦੇਖੋ ਕਿ ਉਹ ਜਿਹੜੇ ਲੋਕ ਸੀਗੇ ਉਹ ਮੇਨਲੀ ਜਿਹੜਾ ਹੈਗਾ ਖੇਤੀਬਾੜੀ ਦਾ ਕਿੱਤਾ ਹੀ ਅਪਣਾਉਂਦੇ ਸੀਗੇ, ਬਟ ਉਹ ਜੰਗਲਾਂ ਨੂੰ ਸਾਫ਼ ਕਰਕੇ ਆਪਣੇ ਜੋਗੀ ਹੀ ਸਿਰਫ ਖੇਤੀਬਾੜੀ ਕਰਦੇ ਸੀ। ਸੋ ਅੱਗੇ ਆਪਣਾ ਨੈਕਸਟ ਕੁਐਸਚਨ ਹੈ ਇਨ ਵਿਚ ਸਟੇਟਸ ਦਾ ਟਰਾਈਬਲ ਪੀਪਲ ਰਿਵੋਲਟਡ ਅਗੇਂਸਟ ਦਾ ਬ੍ਰਿਟਿਸ਼ਰਸ। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿਹੜੀਆਂ ਜਿਹੜੀ ਸੀਗੇ ਕਬੀਲੇ ਸੀਗੇ ਉਹਨਾਂ ਨੇ ਜਿਹੜੇ ਆਪਾਂ ਕਹਿ ਸਕਦੇ ਹੈਗੇ ਅਗੇਂਸਟ ਜਿਹੜੇ ਰਿਵੋਲਟਰਸ ਹੋਏ ਸੀ ਖਸੀਸ, ਸਿੰਘਮ, ਸਿੰਪਾਸ, ਨਾਗਾ, ਕੁਕੀ ਟਰਾਈਬਲ ਜਿਹੜੇ ਸੀਗੇ ਉਹਨਾਂ ਨੇ ਇਹ ਲੋਕਾਂ ਨੇ ਜਿਹੜਾ ਹੈਗਾ ਬ੍ਰਿਟਿਸ਼ਰਸ ਦੇ ਵਿਰੁੱਧ ਕੀ ਸੀਗਾ ਆਪਣਾ
ਜਿਹੜੀਆਂ ਅਲੱਗ-ਅਲੱਗ ਸਟੇਟਸ ਦੇ ਵਿੱਚ ਜਿਹੜੀਆਂ ਕੀਤੇ ਸੀਗੇ ਇਹਨਾਂ ਲੋਕਾਂ ਨੇ ਉਹਨਾਂ ਅੰਗਰੇਜ਼ਾਂ ਦੇ ਵਿਰੁੱਧ ਆਪਣਾ ਜਿਹੜਾ ਆਪਾਂ ਕਹਿ ਸਕਦੇ ਹੈਗੇ ਵਿਦਰੋਹ ਉਸ ਨੂੰ ਚਲਾਇਆ ਸੀਗਾ। ਠੀਕ ਹੈ, ਇਹਨਾਂ ਲੋਕਾਂ ਨੇ ਵਿਦਰੋਹ ਚਲਾ ਕੇ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਆਪਣੇ ਦੇਸ਼ ਜਿਹੜੀਆਂ ਅਲੱਗ-ਅਲੱਗ ਬਿਹਾਰ, ਛੋਟਾ ਨਾਗਪੁਰ, ਉੜੀਸਾ ਐਂਡ ਬੰਗਾਲ, ਨਾਰਥ ਈਸਟਰਨ ਸਟੇਟਸ ਇਹਨਾਂ ਵਿੱਚੋਂ ਲੋਕਾਂ ਨੂੰ ਭਜਾਇਆ ਸੀਗਾ। ਹੂ ਵਾਜ਼ ਦਾ ਲੀਡਰ ਆਫ ਖਾਸੀਸ ਟਰਾਈਬ? ਖਾਸੀਸ ਟਰਾਈਬ ਦਾ ਲੀਡਰ ਕੌਣ ਸੀਗਾ? ਤਿਰੁਤ ਸਿੰਘ ਵਾਜ਼ ਦਾ ਲੀਡਰ ਆਫ ਦਿਸ ਟਰਾਈਬ। ਖਾਸੀਸ ਟਰਾਈਬ ਜਾਂ ਜਿਹਨੂੰ ਖਾਸੀ ਟਰਾਈਬ ਵੀ ਕਿਹਾ ਜਾਂਦਾ ਉਸ ਦੇ ਲੀਡਰ ਦਾ ਨਾਮ ਕੀ ਸੀਗਾ? ਤਿਰੁਤ ਸਿੰਘ। ਠੀਕ ਹੈ, ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦੋ ਜਿਹੜੇ ਮੇਨ ਇਹਨਾਂ ਦੇ ਰਿਵੋਲਟ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਛੋਟਾ ਨਾਗਪੁਰ ਦਾ ਰਿਵੋਲਟ ਹੋਇਆ ਜਿਸ ਨੂੰ ਬਿਰਸਾ ਮੁੰਡਾ ਨੇ, ਤੇ ਦੂਸਰਾ ਕਿਹੜਾ ਹੋਇਆ ਸੀ? ਖਾਸੀ ਟਰਾਈਬ ਦਾ, ਜਿਹਦਾ ਲੀਡਰ ਕੌਣ ਸੀ? ਤਿਰੁਤ ਸਿੰਘ। ਨੈਕਸਟ ਕੁਐਸਚਨ ਆ, ਵੈਨ ਐਂਡ ਵਿਚ ਟਰਾਈਬ ਇਨ ਛੋਟਾ ਨਾਗਪੁਰ ਏਰੀਆ ਰਿਵੋਲਟਡ ਅਗੇਂਸਟ ਦਾ ਬ੍ਰਿਟਿਸ਼ਰਸ? ਛੋਟਾ ਨਾਗਪੁਰ ਦੇ ਵਿੱਚ ਕਿਹੜਾ ਏਰੀਆ ਜਿਹੜਾ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਸੀਗਾ ਰਿਵੋਲਟ ਵਾਸਤੇ ਵਰਤਿਆ ਗਿਆ ਸੀ? ਇਨ 1820 ਫॉर द फर्स्ट टाइम ऑफ छोटा नागपुर area the people of कौल tribe revolted against the Britishers। 1820 ਦੇ ਵਿੱਚ ਸਭ ਤੋਂ ਪਹਿਲੇ ਟਾਈਮ ਜਿਹੜੇ ਛੋਟਾ ਨਾਗਪੁਰ ਦੇ ਲੋਕ ਜਿਹੜੇ ਕੌਲ ਟਰਾਈਬ ਦੇ ਲੋਕ ਸੀਗੇ, ਜਾਣੀ ਕਿ ਕੌਲ ਨਾਂ ਦੇ ਕਬੀਲੇ ਨਾਲ ਸੰਬੰਧਿਤ ਲੋਕ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਵਿਦਰੋਹ ਕੀਤਾ ਸੀ। ਮਹੱਤਵਪੂਰਨ ਵਿਦਰੋਹ ਹੋਇਆ ਸੀ ਮੁੰਡਾ ਕਬੀਲੇ ਦੇ ਲੋਕਾਂ ਦਾ, ਜਿਹੜਾ ਕਿ ਉਹਨਾਂ ਦਾ ਲੀਡਰ ਸੀਗਾ ਬਿਰਸਾ ਮੁੰਡਾ ਕਬੀਲੇ ਦੇ ਲੋਕਾਂ ਦਾ ਵਿਦਰੋਹ ਹੋਇਆ ਸੀ। ਬਟ ਸਭ ਤੋਂ ਪਹਿਲਾਂ ਜਿਹੜਾ ਵਿਦਰੋਹ ਸਟਾਰਟ ਕਿਸ ਨੇ ਕੀਤਾ ਸੀ? ਕੌਲ ਕਬੀਲੇ ਦੇ ਲੋਕਾਂ ਨੇ। ਪਲੀਜ਼ ਇਸ ਨੂੰ ਤੁਸੀਂ ਮਿਸਮੈਚ ਨਾ ਹੋ ਜੇ ਤੁਹਾਡੇ ਤੋਂ। ਫੇਮਸ ਹੋਇਆ ਸੀ ਬਿਰਸਾ ਮੁੰਡਾ ਦਾ ਵਿਦਰੋਹ, ਤੇ ਸਟਾਰਟ ਕਿਹਨਾਂ ਨੇ ਕੀਤਾ ਸੀ? ਕੌਲ ਕਬੀਲੇ ਦੇ ਲੋਕਾਂ ਨੇ। ਠੀਕ ਹੈ, ਸੋ ਨੈਕਸਟ ਆਪਣਾ ਕੁਐਸਚਨ ਹੈ, ਰਾਈਟ ਅ ਨੋਟ ਔਨ ਦਾ ਟਰਾਈਬਲ ਸੋਸਾਇਟੀ। ਟਰਾਈਬਲ ਸੋਸਾਇਟੀ ਇਜ਼ ਐਨ ਇੰਪੋਰਟੈਂਟ ਪਾਰਟ ਆਫ ਇੰਡੀਅਨ ਪਾਪੂਲੇਸ਼ਨ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ, ਕਬੀਲੇ ਜਿਹੜੇ ਹੈਗੇ ਨੇ ਸਾਡੀ ਜਿਹੜੀ ਲਾਈਫ ਦਾ ਇੰਪੋਰਟੈਂਟ ਪਾਰਟ ਨੇ। ਇੰਡੀਅਨ ਪਾਪੂਲੇਸ਼ਨ ਦਾ ਜਿਹੜੀ ਹੈਗੀ ਹੈ ਭਾਰਤੀ ਜਨਸੰਖਿਆ, ਉਸਦਾ ਕਾਫੀ ਮਹੱਤਵਪੂਰਨ ਹਿੱਸਾ ਨੇ। ਅਕੋਰਡਿੰਗ ਟੂ ਦਾ ਸੈਂਸਸ ਆਫ 1991 ਦੇਅਰ ਪਾਪੂਲੇਸ਼ਨ ਵਾਜ਼ 1,59,55,160। ਤਾਂ ਆਪਾਂ ਕਹਿ ਸਕਦੇ, ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 1991 ਦੀ ਸੈਂਸਸ ਦੇ ਅਕੋਰਡਿੰਗ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਆ ਜਿਹੜਾ ਆਪਾਂ 1.5 ਕਰੋੜ ਤੋਂ ਵੀ ਜ਼ਿਆਦਾ ਸੀ। ਦਾ ਮੇਜਰ ਪਾਰਟ ਆਫ ਯੂਜ਼ਡ ਦੈਮ ਬਾਈ ਲਿਵ ਇਨ, ਜਿਹੜੇ ਲੋਕ ਸੀਗੇ ਜ਼ਿਆਦਾਤਰ ਰਾਜਸਥਾਨ, ਬਿਹਾਰ, ਉੜੀਸਾ ਐਂਡ ਮੱਧ ਪ੍ਰਦੇਸ਼ ਜਿਹੜੀ ਏਰੀਆਜ਼ ਦਾ ਇਹਨਾਂ ਦੇ ਵਿੱਚ ਰਹਿੰਦੇ ਸੀ। ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕੁਛ ਛੋਟੀਆਂ ਸਟੇਟਸ ਦੇ ਵਿੱਚ ਵੀ ਇਹ ਲੋਕ ਰਹਿੰਦੇ ਸੀਗੇ। ਦੇਖੋ, ਇਸ ਚੀਜ਼ ਬਾਰੇ ਤੁਹਾਨੂੰ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆਪਾਂ, ਉਹੀ ਸਾਰੇ ਪੁਆਇੰਟਸ ਇਸ ਚੈਪਟਰ ਇਸ ਕੁਐਸਚਨ ਦੇ ਵਿੱਚ ਇਕੱਠੇ ਹੋ ਕੇ ਆ ਗਏ, ਜਿਹਦੇ ਵਿੱਚ ਮੇਨ ਤੁਸੀਂ ਸਿਰਫ ਇੱਕ ਤਾਂ ਸੈਂਸਸ ਦੱਸਣੀ ਆ ਕਿ ਕਿੰਨੇ ਲੋਕ ਪਾਪੂਲੇਸ਼ਨ ਜਿਹੜੀ ਹੈਗੀ ਆ ਐਂਡ ਇੰਪੋਰਟੈਂਟ ਪਾਰਟ ਨੇ। ਦੂਸਰਾ ਇਸ ਦੇ ਸਿਰਫ ਉਹ ਏਰੀਆਜ਼ ਦੱਸਣੇ ਨੇ ਕਿੱਥੇ ਜਿਹੜੇ ਜ਼ਿਆਦਾਤਰ ਲੋਕ ਰਹਿੰਦੇ ਸੀ, ਜਿਸ ਤਰ੍ਹਾਂ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਐਂਡ ਮੱਧ ਪ੍ਰਦੇਸ਼। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਛੋਟੀਆਂ ਸਟੇਟਸ ਹੈਗੀਆਂ ਸੀਗੀਆਂ, ਜਾਂ ਕੋਈ ਪਾਣੀ ਦੇ ਲਾਗੇ ਵਾਲੀਆਂ ਸਟੇਟਸ ਜਿਨ੍ਹਾਂ ਨੂੰ ਆਪਾਂ ਆਈਲੈਂਡ ਸਟੇਟਸ ਬੋਲਦੇ ਹੈਗੇ ਆ, ਉਹਨਾਂ ਦੇ ਉੱਪਰ ਵੀ ਇਹ ਲੋਕ ਰਹਿੰਦੇ ਸੀਗੇ। ਅਤੇ ਉੱਥੇ ਜਿਹੜੇ ਹੈਗੇ ਜੰਗਲ ਵਗੈਰਾ ਹੁੰਦੇ ਸੀ, ਉਹਨਾਂ ਨੂੰ ਸਾਫ਼ ਕਰਕੇ ਉੱਥੇ ਜਿਹੜਾ ਆਪਣਾ ਖੇਤੀਬਾੜੀ ਦਾ ਕੰਮ ਇਹ ਲੋਕ ਕਰਦੇ ਸੀਗੇ। ਤਾਂ ਇਸ ਤਰ੍ਹਾਂ ਜਿਹੜੀ ਟਰਾਈਬਲ ਸੋਸਾਇਟੀ ਸੀਗੀ ਉਹ ਵੀ ਇੰਡੀਅਨ ਆਪਾਂ ਕਹਿ ਸਕਦੇ ਹਾਂ ਸਾਡੀ ਪਾਪੂਲੇਸ਼ਨ ਦਾ, ਇੰਡੀਅਨ ਸੋਸਾਇਟੀ ਦਾ ਬਹੁਤ ਹੀ ਅਨਿੱਖੜਵਾਂ ਅੰਗ ਸੀ, ਬਹੁਤ ਹੀ ਮਹੱਤਵਪੂਰਨ ਅੰਗ ਸੀ। ਐਂਡ ਇਹ ਅੱਜ ਦੇ ਸਮੇਂ ਵਿੱਚ ਵੀ ਸਾਨੂੰ ਕਿਤੇ ਨਾ ਕਿਤੇ ਇਹ ਮਿਲ ਰਹੀ ਹੈ। ਬਟ ਉਸ ਦੇ ਸਮੇਂ ਇਹਨਾਂ ਨੂੰ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਯੂਰਪੀਅਨ ਜਿਹੜੀਆਂ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸੋ ਆਪਣਾ ਨੈਕਸਟ ਕੁਐਸਚਨ ਹੈ, ਰਾਈਟ ਅ ਨੋਟ ਔਨ ਦਾ ਬਿਰਸਾ ਮੁੰਡਾ। ਬਿਰਸਾ ਮੁੰਡਾ ਵਾਜ਼ ਅ ਲੀਡਰ ਆਫ ਰਿਵੋਲਟ ਆਫ ਮੁੰਡਾ ਟਰਾਈਬ ਇਨ ਬਿਹਾਰ। ਬਿਰਸਾ ਮੁੰਡਾ ਇੱਕ ਲੀਡਰ ਸੀਗਾ ਬਿਹਾਰ ਕਬੀਲੇ ਦੇ ਟਰਾਈਬ ਲੋਕਾਂ ਦਾ, ਬਿਹਾਰ ਕਬੀਲੇ ਦੇ ਮੁੰਡਾ ਟਰਾਈਬ ਦੇ ਲੋਕਾਂ ਦਾ ਉਹਨਾਂ ਦਾ ਇੱਕ ਲੀਡਰ ਸੀਗਾ। ਹੀ ਵਾਜ਼ ਅ ਵੈਰੀ ਪਾਵਰਫੁਲ ਪਰਸਨ। ਉਹ ਬਹੁਤ ਹੀ ਸ਼ਕਤੀਸ਼ਾਲੀ ਪਰਸਨ ਸੀ ਅਤੇ ਉਸਨੂੰ ਇੱਕ ਤਰ੍ਹਾਂ ਨਾਲ ਰੱਬੀ ਸ਼ਕਤੀਆਂ ਵਾਲਾ ਪਰਸਨ ਵੀ ਮੰਨਿਆ ਜਾਂਦਾ ਸੀ। ਹੀ ਵਾਜ਼ ਕੰਸੀਡਰਡ ਐਜ਼ ਦਾ ਮੈਸੈਂਜਰ ਆਫ ਗੋਡ। ਉਸਨੂੰ ਪਰਮਾਤਮਾ ਦਾ ਮੈਸੈਂਜਰ, ਰੱਬ ਦਾ ਮਸੀਹਾ ਵੀ ਮੰਨਿਆ ਜਾਂਦਾ ਸੀ। ਬਿਰਸਾ ਮੁੰਡਾ ਪ੍ਰੋਟੈਸਟਡ ਅਗੇਂਸਟ ਦੋਜ਼ ਨਾਨ ਟਰਾਈਬਲ ਪੀਪਲ ਹੂ ਹੈਡ ਕੰਟਰੋਲ ਦਾ ਲੈਂਡ ਆਫ ਟਰਾਈਬਲ ਪੀਪਲ। ਬਿਰਸਾ ਮੁੰਡਾ ਉਹਨਾਂ ਸਾਰੇ ਲੋਕਾਂ ਦੇ ਵਿਰੁੱਧ ਸੀਗਾ, ਉਹਨਾਂ ਸਾਰੇ ਲੋਕਾਂ ਦੇ ਵਿਰੁੱਧ ਸੀ ਜਿਨ੍ਹਾਂ ਨੇ ਜਿਹੜੇ ਨੌਨ ਕਬੀਲੇ, ਜਿਹੜੇ ਕਬੀਲੇ ਤੋਂ ਬਾਹਰ ਦੇ ਲੋਕਾਂ ਨੇ ਕਬੀਲੇ ਦੇ ਲੋਕਾਂ ਦੀ ਜ਼ਮੀਨ ਨੱਪੀ ਹੋਈ ਸੀ, ਆਪਣੇ ਅੰਡਰ ਕੀਤੀ ਹੋਈ ਸੀ। ਉਹਨੇ ਉਹਨਾਂ ਸਭ ਦੇ ਵਿਰੁੱਧ ਵਿਦਰੋਹ ਕੀਤਾ। ਮੁੰਡਾ ਪੀਪਲ ਆਲਸੋ ਹੇਟ ਮਨੀ ਲੈਂਡਰਸ ਐਂਡ ਜ਼ਿਮੀਂਦਾਰਸ। ਮੁੰਡਾ ਜਿਹੜੀ ਕਬੀਲੇ ਉਸਦੇ ਲੋਕ ਜਿਹੜੇ ਸੀਗੇ ਮਨੀ ਲੈਂਡਰਸ ਹੁੰਦੇ ਸੀਗੇ, ਜਾਂ ਜਿਹੜੇ ਕੋਈ ਜ਼ਮੀਨਦਾਰ ਸੀਗੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੇਟ ਕਰਦੇ ਸੀਗੇ, ਕਿਉਂਕਿ ਬਿਕੋਜ਼ ਦੇ ਟ੍ਰੀਟਡ ਦੈਮ ਬੈਡਲੀ, ਕਿਉਂਕਿ ਉਹਨਾਂ ਨਾਲ ਬਹੁਤ ਬੁਰਾ ਵਿਹਾਰ ਕਰਦੇ ਸੀ। ਬਿਰਸਾ ਮੁੰਡਾ ਟੋਲਡ ਦਾ ਮੁੰਡਾ ਪੀਪਲ ਟੂ ਨੋਟ ਟੂ ਪੇ ਦਾ ਟੈਕਸਸ ਟੂ ਦਾ ਜ਼ਿਮੀਂਦਾਰਸ। ਜਿਹੜਾ ਮੁੰਡਾ ਕਬੀਲਾ ਹੈਗਾ, ਉਸ ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਜ਼ਿਮੀਂਦਾਰਾਂ ਨੂੰ ਟੈਕਸ ਨਾ ਦਿਓ, ਉਹਨਾਂ ਨੂੰ ਪੈਸੇ ਨਾ ਦਿਓ। ਬਿਰਸਾ ਮੁੰਡਾ ਸਟਾਰਟਡ ਰਿਵੋਲਟ ਇਨ ਛੋਟਾ ਨਾਗਪੁਰ ਏਰੀਆ। ਤੇ ਜਿਹੜਾ ਬਿਰਸਾ ਮੁੰਡਾ ਸੀ ਉਸਨੇ ਛੋਟਾ ਨਾਗਪੁਰ ਏਰੀਆ ਦੇ ਵਿੱਚ ਜਿਹੜਾ ਹੈਗਾ ਆਪਾਂ ਕਹਿ ਸਕਦੇ ਆਪਣਾ ਰਿਵੋਲਟ ਸਟਾਰਟ ਕੀਤਾ।
ਤਾਂ ਨਾਰਮਲੀ ਜਿਹੜਾ ਬਿਰਸਾ ਮੁੰਡਾ ਉਹਦੇ ਬਾਰੇ ਆਪਾਂ ਨੂੰ ਦੱਸਿਆ ਗਿਆ ਕਿ ਇੱਕ ਬਹੁਤ ਹੀ ਪਾਵਰਫੁਲ ਜਿਹੜਾ ਸੀਗਾ ਮੁੰਡਾ ਕਬੀਲੇ ਦਾ ਇੱਕ ਲੀਡਰ ਸੀਗਾ, ਜਿਸ ਨੇ ਬਹੁਤ ਵੱਡੇ ਪੱਧਰ 'ਤੇ ਵਿਦਰੋਹ ਕੀਤਾ ਅਤੇ ਅੰਗਰੇਜ਼ਾਂ ਨੂੰ ਆਪਣੀਆਂ ਸ਼ਰਤਾਂ ਮਨਵਾਉਣ ਵਾਸਤੇ ਮਨਾ ਲਿਆ। ਨੈਕਸਟ ਆ ਰਾਈਟ ਡਾਊਨ ਦਾ ਇਫੈਕਟ ਆਫ ਦਾ ਰਿਵੋਲਟ ਆਫ ਬਿਰਸਾ ਮੁੰਡਾ। ਜਿਹੜਾ ਬਿਰਸਾ ਮੁੰਡਾ ਨੇ ਰਿਵੋਲਟ ਕੀਤਾ ਸੀ ਉਸ ਦੇ ਇਫੈਕਟ ਵੀ ਬਹੁਤ ਹੋਏ ਸੀਗੇ। ਤਾਂ ਉਹਦੇ ਨਾਲ ਕੀ ਹੋ ਗਿਆ ਸੀ, ਸਭ ਤੋਂ ਪਹਿਲਾਂ ਤਾਂ ਬ੍ਰਿਟਿਸ਼ ਗਵਰਨਮੈਂਟ ਪਾਸਡ ਛੋਟਾ ਨਾਗਪੁਰ ਐਕਟ ਇਨ 1908। ਅਕੋਰਡਿੰਗ ਟੂ ਦਿਸ ਐਕਟ ਮੇਜਨਰਲ ਫਾਰਮਰਸ ਵਰ ਗਿਵਨ ਦਾ ਰਾਈਟਸ ਟੂ ਲੈਂਡ। ਉਹਨਾਂ ਨੇ ਛੋਟਾ ਨਾਗਪੁਰ ਐਕਟ ਪਾਸ ਕੀਤਾ, ਜਿਸ ਦੇ ਅਕੋਰਡਿੰਗ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਨੂੰ ਜ਼ਮੀਨਾਂ ਦੇ ਅਧਿਕਾਰ ਮਿਲ ਗਏ ਸੀ। ਸੋਸ਼ਲ ਐਂਡ ਰਿਲੀਜੀਅਸ ਕਨਵੀਨੀਅੰਸਨੈਸ ਕਮ ਅਮੰਗ ਦਾ ਪੀਪਲ ਆਫ ਛੋਟਾ ਨਾਗਪੁਰ ਰੀਜਨ, ਮੈਨੀ ਪੀਪਲ ਸਟਾਰਟਡ ਟੂ ਵਰਸ਼ਿਪ ਬਿਰਸਾ ਮੁੰਡਾ। ਕਾਫੀ ਸਮਾਜਿਕ ਅਤੇ ਧਾਰਮਿਕ ਜਿਹੜੀਆਂ ਸੀਗੀਆਂ ਪ੍ਰਵਿਰਤੀਆਂ ਉਹ ਲੋਕਾਂ ਦੇ ਵਿੱਚ ਆ ਗਈਆਂ ਅਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਿਹੜਾ ਬਿਰਸਾ ਮੁੰਡਾ ਸੀਗਾ ਉਹ ਪਰਸਨ ਸੀ ਆਪਣੇ ਲੀਡਰ, ਉਸ ਨੂੰ ਇੱਕ ਪਰਮਾਤਮਾ ਦੀ ਤਰ੍ਹਾਂ ਉਹਨਾਂ ਨੇ ਮੰਨਣਾ ਸਟਾਰਟ ਕਰ ਦਿੱਤਾ। ਮੈਨੀ ਨਿਊ ਸੋਸ਼ਲ ਰਿਲੀਜੀਅਸ ਮੂਵਮੈਂਟਸ ਵਰ ਸਟਾਰਟਡ। ਇਸ ਦੇ ਨਾਲ ਕਾਫੀ ਹੋਰ ਸਮਾਜਿਕ ਅਤੇ ਧਾਰਮਿਕ ਜਿਹੜੀਆਂ ਮੂਵਮੈਂਟਸ ਨੇ ਜਿਹੜੀਆਂ ਸੀਗੀਆਂ ਉਹ ਸਟਾਰਟ ਹੋਣੀਆਂ ਸ਼ੁਰੂ ਹੋ ਗਈਆਂ। ਇਸ ਦੇ ਨਾਲ ਟਰਾਈਬਲ ਪੀਪਲ ਸਟਾਰਟਡ ਟੂ ਸਟਰਗਲ ਫॉर देयर ਰਾਈਟਸ। ਤਾਂ ਜਿਹੜੇ ਟਰਾਈਬਲ ਪੀਪਲ ਸੀਗੇ ਉਹਨਾਂ ਨੇ ਆਪਣੇ ਰਾਈਟਸ, ਆਪਣੇ ਅਧਿਕਾਰਾਂ ਲਈ ਲੜਨਾ ਵੀ ਸਟਾਰਟ ਕਰ ਦਿੱਤਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਵਿਖੇ ਰਿਵੋਲਟ ਕੀਤਾ ਸੀ ਉਹ ਬਹੁਤ ਮਹੱਤਵਪੂਰਨ ਰਿਵੋਲਟ ਸੀ, ਕਿਉਂਕਿ ਪਹਿਲਾਂ ਵਾਲੇ ਰਿਵੋਲਟਸ ਨੂੰ ਵੀ ਗਵਰਨਮੈਂਟ ਨੇ ਦਬਾ ਦਿੱਤਾ ਸੀਗਾ, ਬ੍ਰਿਟਿਸ਼ ਨੇ ਦਬਾ ਦਿੱਤਾ ਸੀ ਐਂਡ ਇਸ ਨੂੰ ਵੀ ਦਬਾਇਆ ਸੀ। ਬਟ ਫਿਰ ਵੀ ਇਸ ਰਿਵੋਲਟ ਦੇ ਕਾਫੀ ਇਫੈਕਟ ਹੋਏ, ਜਿਨ੍ਹਾਂ ਨਾਲ ਜਿਹੜੀ ਗਵਰਨਮੈਂਟ ਉਹਨਾਂ ਨੂੰ ਕੁਛ ਨਾ ਕੁਛ ਐਕਟ ਪਾਸ ਕਰਨ ਵਾਸਤੇ ਆਪਣਾ ਜਿਹੜਾ ਹੈਗਾ ਕੋਈ ਨਾ ਕੋਈ ਪੋਲਿਸੀ ਬਣਾਉਣੀ ਪਈ। ਅਤੇ ਉਹਦੇ ਨਾਲ ਜਿਹੜੇ ਟਰਾਈਬਲ ਦੇ ਲੋਕ ਸੀ ਉਹਨਾਂ ਦੇ ਵਿੱਚ ਵੀ ਇੱਕ ਵਿਸ਼ਵਾਸ ਪੈਦਾ ਹੋ ਗਿਆ ਕਿ ਹਾਂ ਅਸੀਂ ਵੀ ਇਹਨਾਂ ਲੋਕਾਂ ਤੋਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ, ਅਸੀਂ ਵੀ ਜਿਹੜੇ ਯੂਰਪੀਅਨਸ ਹੈਗੇ ਨੇ ਇਹਨਾਂ ਤੋਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣਾ ਜਿਹੜਾ ਅਲੱਗ ਰਹਿ ਸਕਦੇ ਹਾਂ। ਸ਼ਾਇਦ ਉਹੀ ਜਿਹੜੀ ਚੀਜ਼ ਸੀਗੀ ਜਿਸ ਨੇ ਹੌਲੀ ਹੌਲੀ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਾਡੀ ਮਦਦ ਕੀਤੀ ਹੈ। ਸੋ ਸਟੂਡੈਂਟਸ, ਥੈਂਕ ਯੂ, ਹੈਵ ਅ ਗੁੱਡ ਟਾਈਮ। ਐਂਡ ਬੱਚੇ, ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਜੇਕਰ ਤੁਹਾਡੇ ਕੋਲ ਬੁੱਕ ਨਹੀਂ ਹੈ, ਜੇਕਰ ਤਾਂ ਅਵੇਲੇਬਲ ਹੈ ਬੁੱਕ ਤਾਂ ਵੈਲ ਐਂਡ ਗੁੱਡ ਹੈ, ਜੇਕਰ ਨਹੀਂ ਬੁੱਕ ਹੈ ਤਾਂ ਪਲੀਜ਼ ਨੀਚੇ ਵੈਬਸਾਈਟ ਦਿੱਤੀ ਹੋਈ ਹੈ www.pscb.ac.in। ਇਸ ਵੈਬਸਾਈਟ 'ਤੇ ਤੁਸੀਂ ਜਾ ਕੇ ਉੱਪਰ ਬੁੱਕਸ ਦਾ ਲਿੰਕ ਆਊਗਾ, ਬੁੱਕਸ 'ਤੇ ਉਹ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਉਸ ਤੋਂ ਬਾਅਦ ਅੱਗੇ ਉਹਨੂੰ ਡਾਊਨਲੋਡ ਬਾਰੇ ਪੁੱਛਣਗੇ ਤਾਂ ਤੁਸੀਂ ਉਸ ਨੂੰ ਡਾਊਨਲੋਡ ਕਰ ਲੈਣਾ ਬੁੱਕ ਨੂੰ। ਤਾਂ ਤੁਸੀਂ ਪੰਜਾਬੀ ਮੀਡੀਅਮ, ਇੰਗਲਿਸ਼ ਮੀਡੀਅਮ ਦੋਨਾਂ ਦੇ ਵਿੱਚ ਆਪਣੀ ਬੁੱਕ ਡਾਊਨਲੋਡ ਕਰ ਸਕਦੇ ਹੋ, ਤਾਂ ਉਸ ਤੋਂ ਆਪਣੇ ਕੁਐਸਚਨਾਂ ਬਾਰੇ ਹੋਰ ਵੀ ਰਿਵਿਊ ਲੈ ਸਕਦੇ ਹੋ। ਥੈਂਕ ਯੂ, ਹੈਵ ਅ ਗੁੱਡ ਟਾਈਮ।